ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ। ਇੰਪੋਰਟ ਐਕਸਪੋਰਟ ਮੈਨੇਜਮੈਂਟ ਟ੍ਰੇਡ ਦੇ ਅਧੀਨ 12ਵੀਂ ਕਲਾਸ ਦੇ ਇੰਪੋਰਟ ਵਿਸ਼ੇ ਦੇ ਅੱਜ ਅਸੀਂ ਦੂਸਰੇ ਟੌਪਿਕ ਦੇ ਬਾਰੇ ਚਰਚਾ ਕਰਨ ਜਾ ਰਹੇ ਹਾਂ। ਆਸ ਕਰਦੀ ਹਾਂ ਕਿ ਤੁਹਾਨੂੰ ਇਹ ਟੌਪਿਕ ਬਹੁਤ ਅੱਛੇ ਤਰੀਕੇ ਨਾਲ ਸਮਝਾ ਪਾਊਂਗੀ ਮੈਂ। ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਹੈ ਟ੍ਰੇਡ, ਜਿਹਨੂੰ ਅਸੀਂ ਵਪਾਰ ਕਹਿੰਦੇ ਹਾਂ। ਟ੍ਰੇਡ ਭਾਵ ਵਪਾਰ, ਵਸਤਾਂ ਅਤੇ ਸੇਵਾਵਾਂ ਖਰੀਦਣ ਅਤੇ ਵੇਚਣ ਦੀ ਕਾਰਵਾਈ ਨੂੰ ਵਪਾਰ ਕਿਹਾ ਜਾਂਦਾ ਹੈ। ਜਦੋਂ ਕੋਈ ਵਪਾਰੀ ਬਾਜ਼ਾਰ ਵਿੱਚ ਵਸਤਾਂ ਖਰੀਦਦਾ ਹੈ ਜਾਂ ਵੇਚਦਾ ਹੈ ਤਾਂ ਉਹਨੂੰ ਅਸੀਂ ਵਪਾਰ ਕਹਿੰਦੇ ਹਾਂ। ਵਪਾਰ ਦੀਆਂ ਕਿਸਮਾਂ ਅਸੀਂ ਪੜ੍ਹ ਰਹੇ ਹਾਂ। ਵਪਾਰ ਅੱਗੋਂ ਦੋ ਕਿਸਮ ਦਾ ਹੁੰਦਾ ਹੈ, ਡੋਮੈਸਟਿਕ ਟ੍ਰੇਡ ਅਤੇ ਫੋਰਨ ਟ੍ਰੇਡ, ਭਾਵ ਘਰੇਲੂ ਵਪਾਰ ਅਤੇ ਵਿਦੇਸ਼ੀ ਵਪਾਰ। ਘਰੇਲੂ ਵਪਾਰ ਦੀਆਂ ਵੀ ਦੋ ਕਿਸਮਾਂ ਹੁੰਦੀਆਂ ਹਨ, ਹੋਲਸੇਲ ਟ੍ਰੇਡ ਜਿਹਨੂੰ ਅਸੀਂ ਥੋਕ ਵਪਾਰ ਕਹਿੰਦੇ ਹਾਂ ਅਤੇ ਰਿਟੇਲ ਟ੍ਰੇਡ ਜਿਹਨੂੰ ਅਸੀਂ ਪਰਚੂਨ ਵਪਾਰ ਕਹਿੰਦੇ ਹਾਂ। ਫੋਰਨ ਟ੍ਰੇਡ ਦੀਆਂ ਬੱਚਿਓ ਅੱਗੋਂ ਤਿੰਨ ਕਿਸਮਾਂ ਹੁੰਦੀਆਂ, ਐਕਸਪੋਰਟ ਟ੍ਰੇਡ, ਇੰਪੋਰਟ ਟ੍ਰੇਡ ਅਤੇ ਇੰਟਰਪੋਰਟ ਟ੍ਰੇਡ। ਐਕਸਪੋਰਟ ਟ੍ਰੇਡ ਜਿਹੜਾ ਹੁੰਦਾ ਹੈ ਇਹਨੂੰ ਅਸੀਂ ਨਿਰਯਾਤ ਕਹਿੰਦੇ ਹਾਂ। ਇੰਪੋਰਟ ਟ੍ਰੇਡ ਜਿਹੜਾ ਹੁੰਦਾ ਉਹਨੂੰ ਅਸੀਂ ਆਯਾਤ ਕਹਿੰਦੇ ਹਾਂ ਅਤੇ ਇੰਟਰਪੋਰਟ ਟ੍ਰੇਡ ਜਿਹੜਾ ਹੁੰਦਾ ਹੈ ਉਹ ਤੁਹਾਨੂੰ ਨੈਕਸਟ ਸਲਾਈਡ 'ਚ ਪੂਰੀ ਤਰ੍ਹਾਂ ਵਿਸਥਾਰ ਨਾਲ ਸਮਝਾਵਾਂਗੀ ਮੈਂ। ਤਾਂ ਇਹ ਤੁਸੀਂ ਇਹਦੀਆਂ ਟਾਈਪਸ ਜਿਹੜੀਆਂ ਉਹ ਯਾਦ ਕਰਨੀਆਂ। ਵਪਾਰ ਦੀਆਂ ਦੋ ਕਿਸਮਾਂ ਹੁੰਦੀਆਂ ਹਨ, ਡੋਮੈਸਟਿਕ ਟ੍ਰੇਡ ਜਿਹੜੀ ਪਹਿਲੀ ਕਿਸਮ ਹੈ ਜਿਹਨੂੰ ਅਸੀਂ ਘਰੇਲੂ ਵਪਾਰ ਕਹਿੰਦੇ ਹਾਂ, ਜੋ ਵਪਾਰ ਦੇਸ਼ਾਂ ਦੀਆਂ ਭੂਗੋਲਿਕ ਅਤੇ ਰਾਜਨੀਤਿਕ ਹੱਦਾਂ ਦੇ ਅੰਦਰ ਕੀਤਾ ਜਾਂਦਾ ਹੈ ਅਤੇ ਇਹ ਵਪਾਰ ਸਥਾਨਕ, ਖੇਤਰ ਅਤੇ ਰਾਸ਼ਟਰੀ ਪੱਧਰ 'ਤੇ ਹੁੰਦਾ ਹੈ। ਭਾਵ ਜੋ ਦੇਸ਼ ਦੇ ਅੰਦਰ ਜਿਹੜਾ ਵਪਾਰ ਕੀਤਾ ਜਾਂਦਾ ਹੈ, ਮੰਨ ਲਓ ਆਪਾਂ ਭਾਰਤ ਦੀ ਗੱਲ ਕਰਦੇ ਹਾਂ ਅਤੇ ਜੋ ਭਾਰਤ ਦੀਆਂ ਸਟੇਟਸ ਆਪਸ ਵਿੱਚ ਵਪਾਰ ਕਰਦੀਆਂ ਆ ਜਾਂ ਵਪਾਰ ਭਾਰਤ ਦੇ ਅੰਦਰ ਹੀ ਕੀਤਾ ਜਾਂਦਾ, ਕਿਸੇ ਬਾਹਰਲੇ ਦੇਸ਼ ਨਾਲ ਕੋਈ ਲੈਣ ਦੇਣ ਨਹੀਂ ਹੁੰਦਾ, ਤਾਂ ਉਹਨੂੰ ਅਸੀਂ ਘਰੇਲੂ ਵਪਾਰ ਕਹਿੰਦੇ ਹਾਂ। ਆਪਾਂ ਭਾਰਤ ਦੇ ਰਹਿਣ ਵਾਲੇ ਹਾਂ, ਮਤਲਬ ਭਾਰਤ ਆਪਣਾ ਘਰ ਆ, ਇਸ ਲਈ ਇਹਨੂੰ ਅਸੀਂ ਘਰੇਲੂ ਵਪਾਰ ਕਹਿੰਦੇ ਹਾਂ। ਘਰੇਲੂ ਵਪਾਰ ਦੀਆਂ ਅੱਗੋਂ ਦੋ ਕਿਸਮਾਂ ਹਨ, ਹੋਲਸੇਲ ਟ੍ਰੇਡ ਜਿਹਨੂੰ ਅਸੀਂ ਥੋਕ ਵਪਾਰ ਕਹਿੰਦੇ ਹਾਂ ਅਤੇ ਦੂਸਰਾ ਹੈ ਰਿਟੇਲ ਟ੍ਰੇਡ ਜਿਹਨੂੰ ਅਸੀਂ ਪਰਚੂਨ ਵਪਾਰ ਕਹਿੰਦੇ ਹਾਂ। ਹੋਲਸੇਲ ਟ੍ਰੇਡ ਕੀ ਹੁੰਦਾ ਹੈ? ਇਹ ਪ੍ਰਕਿਰਿਆ ਵਿੱਚ ਥੋਕ ਵਪਾਰੀ ਨਿਰਮਾਤਾ ਜਾਂ ਉਤਪਾਦਕ ਕੋਲੋਂ ਵੱਡੀ ਮਾਤਰਾ ਵਿੱਚ ਵਸਤਾਂ ਖਰੀਦ ਕੇ ਉਸ ਨੂੰ ਛੋਟੇ ਲਾਟ ਬਣਾ ਕੇ ਪਰਚੂਨ ਵਪਾਰੀ ਨੂੰ ਵੇਚਦਾ ਹੈ। ਜਿਹੜੀ ਕੰਪਨੀ ਜਾਂ ਜਿਹੜਾ ਬੰਦਾ ਉਸ ਉਤਪਾਦ ਦਾ ਉਤਪਾਦਕ ਵਾ, ਉਸਨੂੰ ਪੈਦਾ ਕਰਨ ਵਾਲਾ ਨਿਰਮਾਤਾ ਆ, ਮੈਨੂਫੈਕਚਰਰ ਆ, ਉਹ ਜਿਹੜੀਆਂ ਵਸਤਾਂ ਬਣਾਉਂਦਾ ਉਹ ਆਪਣਾ ਵਸਤਾਂ ਨੂੰ ਬਣਾ ਕੇ ਉਹਨੇ ਬਾਜ਼ਾਰ ਦੇ ਵਿੱਚ ਵੇਚਣਾ ਹੁੰਦਾ। ਉਹ ਡਾਇਰੈਕਟ ਨਹੀਂ ਵੇਚਦਾ, ਸਭ ਤੋਂ ਪਹਿਲਾਂ ਉਹ ਕਿਹਨੂੰ ਵੇਚਦਾ? ਥੋਕ ਵਪਾਰੀ ਨੂੰ। ਥੋਕ ਵਪਾਰੀ ਨਿਰਮਾਤਾ ਕੋਲੋਂ ਭਾਵ ਮੈਨੂਫੈਕਚਰਰ ਕੋਲੋਂ ਛੋਟੇ ਲੋਟਸ ਦੇ ਵਿੱਚ ਚੀਜ਼ਾਂ ਲੈ ਲੈਂਦਾ ਅਤੇ ਉਹ ਜਿਹੜੀਆਂ ਲੋਟਸ ਜਿਹੜੇ ਹੈਗੇ ਆ ਉਹ ਅੱਗੋਂ ਪਰਚੂਨ ਵਪਾਰੀ ਨੂੰ ਵੇਚ ਦਿੰਦਾ। ਹੁਣ ਅਸੀਂ ਦੇਖਾਂਗੇ ਇਸ ਦੀ ਅਗਲੀ ਕਿਸਮ ਰਿਟੇਲ ਟ੍ਰੇਡ ਜਿਹਨੂੰ ਅਸੀਂ ਕਹਿੰਦੇ ਹਾਂ ਪਰਚੂਨ ਵਪਾਰ। ਇਸ ਪ੍ਰਕਿਰਿਆ ਵਿੱਚ ਲਾਟ ਵਿੱਚ ਥੋਕ ਵਿਕਰੇਤਾ ਕੋਲੋਂ ਉਤਪਾਦ ਖਰੀਦ ਕੇ ਬਹੁਤ ਛੋਟੀ ਮਾਤਰਾ ਵਿੱਚ ਗ੍ਰਾਹਕ ਨੂੰ ਵੇਚਦਾ ਹੈ। ਇਸ ਤੋਂ ਤੁਹਾਨੂੰ ਸਮਝ ਆ ਗਈ ਹੋਏਗੀ ਕਿ ਜਿਹੜਾ ਥੋਕ ਵਪਾਰੀ ਕੋਲੋਂ ਸਮਾਨ ਪਰਚੂਨ ਵਪਾਰੀ ਨੇ ਖਰੀਦਿਆ, ਹੁਣ ਉਹ ਅੱਗੇ ਇਹ ਜਿਹੜਾ ਸਮਾਨ ਹੈ ਜਿਹੜਾ ਉਹਨੇ ਲੋਟਸ ਵਿੱਚ ਖਰੀਦਿਆ ਉਹਦੀ ਇੱਕ ਬਹੁਤ ਛੋਟੀ ਮਾਤਰਾ ਨੂੰ ਗਾਹਕ ਨੂੰ ਵੇਚਦਾ ਹੈ ਅਤੇ ਇਸ ਨੂੰ ਅਸੀਂ ਕੀ ਕਹਿੰਦੇ ਹਾਂ? ਪਰਚੂਨ ਵਪਾਰ। ਜਿਹੜੀ ਵਪਾਰ ਦੀ ਦੂਸਰੀ ਮੁੱਖ ਕਿਸਮ ਆ ਉਹ ਹੈ ਫੋਰਨ ਟ੍ਰੇਡ। ਵਿਦਿਆਰਥੀਓ ਇਹ ਤੁਹਾਡਾ ਅਸਲੀ ਟੌਪਿਕ ਹੈ ਵੈਸੇ, ਅਤੇ ਇਹਨੂੰ ਧਿਆਨ ਨਾਲ ਸਮਝਣਾ ਹੈ ਤੁਸੀਂ। ਫੋਰਨ ਟ੍ਰੇਡ ਵਿਦੇਸ਼ੀ ਵਪਾਰ, ਡੋਮੈਸਟਿਕ ਟ੍ਰੇਡ ਸੀ ਘਰੇਲੂ ਵਪਾਰ, ਫੋਰਨ ਟ੍ਰੇਡ ਆ ਗਿਆ ਵਿਦੇਸ਼ੀ ਵਪਾਰ। ਤੁਹਾਨੂੰ ਨਾਮ ਤੋਂ ਹੀ ਕਲੀਅਰ ਹੋ ਰਿਹਾ ਹੋਏਗਾ ਕਿ ਦੂਸਰੇ ਦੇਸ਼ਾਂ ਨਾਲ ਜਦੋਂ ਅਸੀਂ ਵਪਾਰ ਕਰਦੇ ਹਾਂ ਉਹਨੂੰ ਵਿਦੇਸ਼ੀ ਵਪਾਰ ਕਹਿੰਦੇ ਆ। ਹੁਣ ਮੈਂ ਇਹਨੂੰ ਐਕਸਪਲੇਨ ਕਰਦੀ ਹਾਂ। ਵਿਦੇਸ਼ੀ ਵਪਾਰ ਅੰਤਰਰਾਸ਼ਟਰੀ ਸਰਹੱਦਾਂ ਜਾਂ ਪ੍ਰਦੇਸ਼ਾਂ ਵਿਚਕਾਰ ਵਸਤਾਂ, ਸੇਵਾਵਾਂ ਅਤੇ ਪੂੰਜੀ ਦਾ ਆਦਾਨ ਪ੍ਰਦਾਨ ਹੁੰਦਾ ਹੈ।
ਵਿਦੇਸ਼ੀ ਵਪਾਰ ਇਸ ਤੱਥ ਤੋਂ ਪੈਦਾ ਹੁੰਦਾ ਹੈ ਕਿ ਕੋਈ ਵੀ ਦੇਸ਼ ਜਿਸ ਸਮੇਂ ਲੋੜੀਂਦੀਆਂ ਵਸਤਾਂ ਅਤੇ ਸੇਵਾਵਾਂ ਦਾ ਨਿਰਮਾਣ ਕਰਨ ਲਈ ਸਵੈ ਨਿਰਭਰ ਨਹੀਂ ਹੁੰਦਾ ਤੇ ਉਹ ਲੋੜੀਂਦੀਆਂ ਵਸਤਾਂ ਦੇਸ਼ ਦੇ ਅੰਦਰ ਪੈਦਾ ਨਹੀਂ ਕਰ ਸਕਦਾ, ਉਸ ਨੂੰ ਉਹ ਵਸਤਾਂ ਦੂਸਰੇ ਦੇਸ਼ ਤੋਂ ਖਰੀਦਣੀਆਂ ਪੈਂਦੀਆਂ ਹਨ, ਜਿਸ ਨੂੰ ਵਿਦੇਸ਼ੀ ਵਪਾਰ ਕਿਹਾ ਜਾਂਦਾ ਹੈ। ਵਿਦੇਸ਼ੀ ਵਪਾਰ 3 ਕਿਸਮਾਂ ਦਾ ਹੁੰਦਾ ਹੈ। ਅੱਗੋਂ ਪਹਿਲੇ ਇਹ ਤੁਹਾਨੂੰ ਧਿਆਨ ਨਾਲ ਸਮਝਾਵਾਂਗੀ ਮੈਂ, ਤੁਸੀਂ ਧਿਆਨ ਨਾਲ ਸਮਝੋ। ਵਿਦੇਸ਼ੀ ਵਪਾਰ ਜਿਹੜਾ ਆ ਉਹ 2 ਦੇਸ਼ਾਂ ਦੀਆਂ ਅੰਤਰਰਾਸ਼ਟਰੀ ਸਰਹੱਦਾਂ ਦੇ ਬਾਹਰ ਹੁੰਦਾ ਹੈ। ਜਿਵੇਂ 2 ਦੇਸ਼ ਆਪਸ ਵਿੱਚ ਜਿਹੜਾ ਵਪਾਰ ਕਰਦੇ ਆ, ਕੁਛ ਵੀ ਖਰੀਦਦੇ ਆ ਜਾਂ ਵੇਚਦੇ ਆ। ਹੁਣ ਇਹਦੇ ਵਿੱਚ ਮੁੱਖ ਆਦਾਨ ਪ੍ਰਦਾਨ ਕਿਸ ਚੀਜ਼ ਦਾ ਹੁੰਦਾ ਹੈ? ਵਸਤਾਂ ਭਾਵ ਪ੍ਰੋਡਕਟ, ਸੇਵਾਵਾਂ ਜਿਵੇਂ ਕੋਈ ਇਨਫੋਰਮੇਸ਼ਨ ਟੈਕਨੋਲੋਜੀ ਆ, ਸਾਡੇ ਲਈ ਲੋੜੀਂਦੀ ਆ ਬਟ ਸਾਡੇ ਦੇਸ਼ 'ਚ ਅਵੇਲੇਬਲ ਨਹੀਂ ਆ, ਦੂਸਰੇ ਦੇਸ਼ ਕੋਲ ਹੈ, ਅਸੀਂ ਉਹਨੂੰ ਇੱਕ ਈਮੇਲ ਦੇ ਥਰੂ ਜਾਂ ਇੱਕ CD ਦੇ ਥਰੂ ਮਤਲਬ ਉਸ ਇਨਫੋਰਮੇਸ਼ਨ ਨੂੰ ਟਰਾਂਸਫਰ ਕਰਾਉਂਦੇ ਹਾਂ ਆਪਣੇ ਦੇਸ਼ ਦੇ ਵਿੱਚ। ਇਹ ਅਸੀਂ ਸੇਵਾਵਾਂ 'ਚ ਕੰਸੀਡਰ ਕਰਾਂਗੇ। ਪੂੰਜੀ ਕੀ ਹੁੰਦੀ ਹੈ ਬੇਟਾ? ਪੂੰਜੀ ਜਦੋਂ ਅਸੀਂ ਬਾਹਰਲੇ ਦੇਸ਼ਾਂ ਤੋਂ ਮਸ਼ੀਨਰੀ ਖਰੀਦਦੇ ਹਾਂ, ਮਸ਼ੀਨਾਂ ਖਰੀਦਦੇ ਹਾਂ ਔਰ ਆਪਣੇ ਜਿਹੜੇ ਫੈਕਟਰੀ ਆ ਉਹਦੇ ਵਿੱਚ ਲਾ ਲੈਂਦੇ ਹਾਂ ਮੰਨ ਲਓ, ਅਤੇ ਉਹ ਜਿਹੜੀਆਂ ਮਸ਼ੀਨਾਂ ਆ ਉਹ ਹਰ ਸਾਲ ਅਸੀਂ ਉਹਨਾਂ ਤੋਂ ਕੰਮ ਲੈਂਦੇ ਹਾਂ, ਪ੍ਰੋਡਕਟ ਪੈਦਾ ਕਰਦੇ ਹਾਂ, ਉਹ ਪ੍ਰੋਡਕਟਾਂ ਨੂੰ ਅਸੀਂ ਬਾਜ਼ਾਰ 'ਚ ਵੇਚਦੇ ਹਾਂ ਅਤੇ ਸਾਨੂੰ ਨਾਲ ਦੀ ਨਾਲ ਜਿਹੜੀ ਸਾਡੀ ਇਨਕਮ ਆਉਂਦੀ ਰਹਿੰਦੀ ਹੈ, ਉਹ ਸਾਡੀ ਪੂੰਜੀ ਹੁੰਦੀਆਂ ਆ। ਇਹ ਮਸ਼ੀਨਾਂ ਸਾਡੀ ਪੂੰਜੀ ਹੁੰਦੀਆਂ ਆ। ਅਤੇ ਇਹ 3 ਚੀਜ਼ਾਂ ਦਾ ਆਦਾਨ ਪ੍ਰਦਾਨ ਮਤਲਬ ਵਸਤਾਂ, ਸੇਵਾਵਾਂ ਅਤੇ ਪੂੰਜੀ, ਇਹਨਾਂ ਦਾ ਜਦੋਂ ਅਸੀਂ ਆਦਾਨ ਪ੍ਰਦਾਨ ਦੂਸਰੇ ਦੇਸ਼ਾਂ ਨਾਲ ਕਰਦੇ ਹਾਂ ਅਤੇ ਇਹ ਵਪਾਰ ਅਸੀਂ ਕਿਉਂ ਕਰਦੇ ਹਾਂ? ਕਿਸ ਤੱਥ ਤੋਂ ਇਹ ਚੀਜ਼ ਪੈਦਾ ਹੋਈ ਹੈ? ਜਦੋਂ ਕੋਈ ਵੀ ਦੇਸ਼ ਲੋੜੀਂਦੀਆਂ ਵਸਤਾਂ ਜਾਂ ਸੇਵਾਵਾਂ ਦਾ ਨਿਰਮਾਣ ਆਪਣੇ ਦੇਸ਼ 'ਚ ਨਹੀਂ ਕਰ ਸਕਦਾ, ਸਵੈ ਨਿਰਭਰ ਨਹੀਂ ਹੁੰਦਾ, ਉਹ ਆਪਣੇ ਆਪ 'ਤੇ ਨਿਰਭਰ ਨਹੀਂ ਹੁੰਦਾ, ਦੂਸਰੇ ਦੇਸ਼ਾਂ 'ਤੇ ਉਹਨੂੰ ਨਿਰਭਰ ਹੋਣਾ ਪੈਂਦਾ ਹੈ ਫਿਰ, ਅਤੇ ਉਹ ਚੀਜ਼ਾਂ ਫਿਰ ਉਸਨੂੰ ਖਰੀਦਣੀਆਂ ਪੈਂਦੀਆਂ ਆ ਬਾਹਰਲੇ ਦੇਸ਼ਾਂ ਤੋਂ। ਇਸ ਲਈ ਜਿਹੜਾ ਵਿਦੇਸ਼ੀ ਵਪਾਰ ਆ ਉਹ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਹੋਰ ਕੋਈ ਦੇਸ਼ ਦੀ ਵੀ ਪ੍ਰੋਬਲਮ ਹੋ ਸਕਦੀ ਆ, ਉਹ ਸਾਡੇ ਤੋਂ ਵੀ ਖਰੀਦਦਾ ਹੈ, ਠੀਕ ਹੈ। ਜਦੋਂ ਅਸੀਂ ਕਿਸੇ ਕੋਲੋਂ ਚੀਜ਼ ਖਰੀਦਦੇ ਹਾਂ ਅਤੇ ਉਹਨੂੰ ਅਸੀਂ ਇੰਪੋਰਟ ਕਹਿੰਦੇ ਹਾਂ। ਜਿਹੜਾ ਵਿਦੇਸ਼ੀ ਵਪਾਰ ਆ ਉਹ 3 ਕਿਸਮਾਂ ਦਾ ਹੁੰਦਾ ਹੈ: ਐਕਸਪੋਰਟ ਟਰੇਡ, ਇੰਪੋਰਟ ਟਰੇਡ, ਇੰਟਰਪੋਰਟ ਟਰੇਡ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਐਕਸਪੋਰਟ ਟਰੇਡ ਦੱਸਾਂਗੀ, ਨਿਰਯਾਤ ਵਪਾਰ, ਜਿਹੜੀ ਤੁਸੀਂ +1 ਵਿੱਚ ਵੀ ਪੜ੍ਹਿਆ ਹੈ। ਘਰੇਲੂ ਦੇਸ਼ ਦੁਆਰਾ ਵਸਤਾਂ ਅਤੇ ਸੇਵਾਵਾਂ ਦੀ ਵਿਕਰੀ ਵਿਦੇਸ਼ਾਂ ਨੂੰ ਕੀਤੀ ਜਾਂਦੀ ਹੈ ਨੂੰ ਨਿਰਯਾਤ ਕਹਿੰਦੇ ਹਨ। ਜਦੋਂ ਅਸੀਂ ਆਪਣੇ ਘਰ ਵਿੱਚ ਬਣਾਈਆਂ ਚੀਜ਼ਾਂ ਦੂਸਰੇ ਦੇਸ਼ਾਂ ਨੂੰ ਵੇਚ ਦਿੰਦੇ ਹਾਂ ਤਾਂ ਉਹਨੂੰ ਐਕਸਪੋਰਟ ਕਹਿੰਦੇ ਆ। ਇਹਦੀ ਅਗਲੀ ਕਿਸਮ ਹੈ ਫੋਰਨ ਟਰੇਡ ਦੀ ਅਗਲੀ ਕਿਸਮ ਹੈ ਇੰਪੋਰਟ ਟਰੇਡ ਭਾਵ ਆਯਾਤ। ਘਰੇਲੂ ਦੇਸ਼ ਦੁਆਰਾ ਵਸਤਾਂ ਅਤੇ ਸੇਵਾਵਾਂ ਦੀ ਖਰੀਦਦਾਰੀ ਵਿਦੇਸ਼ਾਂ ਤੋਂ ਕੀਤੀ ਜਾਂਦੀ ਹੈ ਨੂੰ ਆਯਾਤ ਕਹਿੰਦੇ ਆ। ਜਦੋਂ ਘਰੇਲੂ ਦੇਸ਼ ਦੁਆਰਾ ਦੂਸਰੇ ਦੇਸ਼ ਤੋਂ ਚੀਜ਼ਾਂ ਦੀ ਖਰੀਦਦਾਰੀ ਕੀਤੀ ਜਾਂਦੀ ਆ ਅਤੇ ਉਹਨੂੰ ਅਸੀਂ ਆਯਾਤ ਕਹਿੰਦੇ ਹਾਂ। ਇੰਟਰਪੋਰਟ ਟਰੇਡ ਕੀ ਹੁੰਦਾ ਹੈ ਬੇਟਾ? ਇਹ ਥੋੜ੍ਹੀ ਜਿਹੀ ਡਿਫਰੈਂਟ ਟਾਈਪ ਦਾ ਟਰੇਡ ਹੈ, ਤੁਸੀਂ ਪਹਿਲਾਂ ਇਹਦਾ ਜ਼ਿਕਰ ਕਿਤੇ ਨਹੀਂ ਸੁਣਿਆ, ਇਸ ਲਈ ਇਹਨੂੰ ਧਿਆਨ ਨਾਲ ਸਮਝੋ। ਇੰਟਰਪੋਰਟ ਟਰੇਡ ਇਹ ਇੱਕ ਵਪਾਰਕ ਪੋਸਟ ਹੈ ਜਿੱਥੇ ਵਪਾਰਕ ਚੀਜ਼ਾਂ ਦਾ ਆਯਾਤ, ਵਪਾਰ ਜਾਂ ਸਟੋਰ ਕੀਤਾ ਜਾ ਸਕਦਾ ਹੈ ਤਾਂ ਜੋ ਇਹਨਾਂ ਦਾ ਦੁਬਾਰਾ ਨਿਰਯਾਤ ਕੀਤਾ ਜਾ ਸਕੇ। ਇੰਟਰਪੋਰਟ ਵਪਾਰ ਵਿੱਚ ਆਯਾਤ ਅਤੇ ਨਿਰਯਾਤ ਬਿਨਾਂ ਕਸਟਮ ਡਿਊਟੀ ਕੀਤਾ ਜਾਂਦਾ ਹੈ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੀ ਹਾਂ। ਜਿਵੇਂ ਇਹ ਜਿਹੜਾ ਪੋਸਟ ਆ, ਮੰਨ ਲਓ ਇਹ ਏਅਰਪੋਰਟ 'ਤੇ ਆ, ਏਅਰਪੋਰਟ 'ਤੇ ਸਮਾਨ ਰੱਖ ਲੈਂਦੀਆਂ ਵੱਡੀਆਂ ਵੱਡੀਆਂ ਕੰਪਨੀਆਂ, ਉਹ ਨਾਮੀ ਕੰਪਨੀਆਂ ਹੁੰਦੀਆਂ ਬ੍ਰਾਂਡ ਵਾਲੀਆਂ, ਜਿਵੇਂ ਸੈਮਸੰਗ ਹੋ ਗਿਆ, ਐਪਲ ਹੋ ਗਿਆ, ਇੱਦਾਂ ਦਾ ਬਿਗ ਨੇਮ ਜਿਹਨਾਂ ਦੇ ਆ, ਉਹ ਆਪਣਾ ਸਮਾਨ ਉੱਥੇ ਏਅਰਪੋਰਟ 'ਤੇ ਲਾ ਲੈਂਦੀਆਂ, ਉਹਨੂੰ ਸਟੋਰ ਕਰ ਲੈਂਦੀਆਂ, ਉਹਦਾ ਫਿਰ ਵਪਾਰ ਕਰਦੀਆਂ, ਆਯਾਤ ਵੀ ਕਰਦੀਆਂ, ਨਿਰਯਾਤ ਵੀ ਕਰਦੀਆਂ। ਕਿਵੇਂ? ਜਦੋਂ ਏਅਰਪੋਰਟ 'ਤੇ ਉਹ ਸਮਾਨ ਕਿਤੇ ਡਿਸਪਲੇ ਹੋ ਰਿਹਾ, ਕੋਈ ਮੰਨ ਲਓ ਅਮੈਰੀਕਾ ਤੋਂ ਬੰਦਾ ਆਇਆ, ਉਹਨੇ ਉਹ ਸਮਾਨ ਉੱਥੋਂ ਖਰੀਦਿਆ ਅਤੇ ਉਹ ਜਰਮਨੀ ਨੂੰ ਚਲਾ ਗਿਆ, ਠੀਕ ਹੈ। ਹੁਣ ਉਹ ਅਮੈਰੀਕਾ ਦਾ ਬੰਦਾ ਸੀ, ਅਮੈਰੀਕਾ ਵਾਲੇ ਪਰਸਨ ਜਿਹੜਾ ਉਹ ਖਰੀਦਦਾਰ ਆ, ਅਤੇ ਉਹ ਜਰਮਨੀ ਨੂੰ ਸਮਾਨ ਲੈ ਗਿਆ,
ਤੇ ਇਹ ਦੇਖੋ ਹੁਣ ਚੀਜ਼ ਖਰੀਦ ਕੇ ਲੈ ਗਿਆ, ਉਹਨੂੰ ਕੋਈ ਕਸਟਮ ਡਿਊਟੀ ਨਹੀਂ ਦੇਣੀ ਪੈਂਦੀ। ਹੁਣ ਤੁਹਾਨੂੰ ਇਹ ਨਹੀਂ ਪਤਾ ਹੋਏਗਾ ਕਿ ਕਸਟਮ ਡਿਊਟੀ ਕੀ ਹੁੰਦੀ ਹੈ। ਚੀਜ਼ਾਂ ਦੇ ਮਾਪ ਦੇ ਅਤੇ ਭਾਰ ਦੇ ਅਕੋਰਡਿੰਗ ਉਹਨਾਂ ਦੇ ਰੇਟ ਜਿਹੜੇ ਆ ਹੁੰਦੇ ਆ, ਅਤੇ ਉਹਦੇ 'ਤੇ ਕਸਟਮ ਡਿਊਟੀ ਫਿਕਸ ਹੁੰਦੀ ਹੈ। ਜਿੰਨੀ ਵੱਡੀ ਚੀਜ਼ ਉਵੇਂ ਉਹਦੀ ਡਿਊਟੀ, ਛੋਟੀ ਵੱਡੀ ਚੀਜ਼ 'ਤੇ ਡਿਪੈਂਡ ਕਰਦਾ ਕਿ ਉਹਦੀ ਕਸਟਮ ਡਿਊਟੀ ਕਿੰਨੀ ਹੋਏਗੀ, ਸਰਕਾਰ ਵੱਲੋਂ ਫਿਕਸ ਹੁੰਦੀ ਹੈ। ਪਰ ਜਦੋਂ ਇੰਟਰਪੋਰਟ ਟਰੇਡ ਹੁੰਦਾ ਆ, ਉਦੋਂ ਇਹ ਕਸਟਮ ਡਿਊਟੀ ਨਹੀਂ ਦੇਣੀ ਪੈਂਦੀ ਜਿਹੜਾ ਖਰੀਦਣ ਵਾਲਾ ਆ। ਇੰਪੋਰਟ ਅਤੇ ਐਕਸਪੋਰਟ ਟਰੇਡਾਂ ਦੇ ਉੱਤੇ ਕਸਟਮ ਡਿਊਟੀ ਹੁੰਦੀ ਹੈ। ਜਦੋਂ ਇੱਕ ਦੇਸ਼ ਦੀ ਸੀਮਾ ਪਾਰ ਕਰਦੀ ਹੈ ਕੋਈ ਵਸਤੂ, ਤਾਂ ਉਹਨਾਂ ਨੂੰ ਕਸਟਮ ਡਿਊਟੀ ਦੇਣੀ ਪੈਂਦੀ ਆ ਖਰੀਦਣ ਵਾਲੇ ਬੰਦੇ ਨੂੰ। ਅਤੇ ਜਦੋਂ ਇਹ ਚੀਜ਼ ਨਹੀਂ ਹੁੰਦੀ, ਜਿਵੇਂ ਇੰਟਰਪੋਰਟ 'ਤੇ, ਤਾਂ ਉਹਨਾਂ ਨੇ ਅਸੀਂ ਜਿਹੜੀ ਖਰੀਦ ਕੀਤੀ ਬੰਦੇ ਨੇ, ਉਹ ਏਅਰਪੋਰਟ 'ਤੇ ਹੀ ਕਰ ਲਈ, ਅਤੇ ਉਹਨੂੰ ਕੋਈ ਕਸਟਮ ਡਿਊਟੀ ਨਹੀਂ ਦੇਣੀ ਪੈਣੀ ਸਰਕਾਰ ਨੂੰ। ਸੋ ਇਹ ਜਿਹੜਾ ਇੰਟਰਪੋਰਟ ਟਰੇਡ ਹੁੰਦਾ ਹੈ, ਇਹ ਕਸਟਮ ਡਿਊਟੀ ਤੋਂ ਬਿਨਾਂ ਹੁੰਦਾ ਹੈ। ਅੱਗੇ ਵਿਦੇਸ਼ੀ ਵਪਾਰ ਦੇ ਕਾਰਨ, ਕਿ ਅਸੀਂ ਜਿਹੜਾ ਵਿਦੇਸ਼ਾਂ ਨੂੰ ਵਪਾਰ ਕਿਉਂ ਕਰਦੇ ਹਾਂ। ਕੁਦਰਤੀ ਸਰੋਤਾਂ ਦੀ ਅਸਮਾਨਤਾ, ਭਾਵ ਸਾਰੇ ਜਿਹੜੇ ਕੁਦਰਤੀ ਸਰੋਤ ਆ ਵੱਖਰੇ ਵੱਖਰੇ ਦੇਸ਼ਾਂ 'ਚ ਵੱਖਰੇ ਵੱਖਰੇ ਮਿਲਦੇ ਆ, ਅਸਮਾਨਤਾ ਆ ਉਹਨਾਂ ਦੀ, ਇਸ ਲਈ ਵਿਦੇਸ਼ੀ ਵਪਾਰ ਕੀਤਾ ਜਾਂਦਾ ਹੈ। ਉਤਪਾਦਾਂ ਲਈ ਮਾਰਕੀਟ ਦਾ ਵਿਸਥਾਰ, ਜਦੋਂ ਇੱਕ ਕੰਪਨੀ ਇੱਕ ਦੇਸ਼ ਦੇ ਅੰਦਰ ਆਪਣੇ ਉਤਪਾਦ ਪੈਦਾ ਕਰਦੀ ਆ, ਅਤੇ ਉਹਨੂੰ ਆਪਣੇ ਦੇਸ਼ 'ਚ ਤਾਂ ਵੇਚਦੀ ਆ, ਜਦੋਂ ਦੂਸਰੇ ਦੇਸ਼ 'ਚ ਵੀ ਉਹਦੇ ਗਾਹਕ ਬਣ ਜਾਂਦੇ ਆ, ਤਾਂ ਉਸ ਚੀਜ਼, ਉਸ ਉਤਪਾਦ, ਉਸ ਪ੍ਰੋਡਕਟ ਦੀ ਮਾਰਕੀਟ ਦਾ ਵਿਸਥਾਰ ਹੋ ਜਾਂਦਾ, ਮਤਲਬ ਉਹਨੂੰ ਵੱਧ ਪ੍ਰੋਫਿਟ ਹੋਏਗਾ, ਇਸ ਲਈ ਉਹ ਵਿਦੇਸ਼ੀ ਵਪਾਰ ਕਰੇਗਾ। ਸਵਾਦ ਵਿੱਚ ਅੰਤਰ, ਵੱਖਰੇ ਵੱਖਰੇ ਦੇਸ਼ਾਂ ਦੇ ਲੋਕਾਂ ਦੇ ਸਵਾਦ ਵਿੱਚ ਅੰਤਰ ਹੈ, ਇਸ ਲਈ ਵਿਦੇਸ਼ੀ ਵਪਾਰ ਹੁੰਦਾ ਹੈ। ਤਕਨੋਲੋਜੀ ਵਿੱਚ ਅੰਤਰ, ਟੈਕਨੀਕ ਜਿਹੜੀ ਆਪਣੇ ਵੱਖਰੇ ਵੱਖਰੇ ਦੇਸ਼ ਕੋਲ ਵੱਖਰੀ ਵੱਖਰੀ ਟੈਕਨੀਕ ਆ, ਇਹ ਟੈਕਨੋਲੋਜੀ ਦੇ ਆਦਾਨ ਪ੍ਰਦਾਨ ਲਈ ਵੀ ਵਿਦੇਸ਼ੀ ਵਪਾਰ ਹੁੰਦਾ। ਹੁਨਰ ਵਿੱਚ ਅੰਤਰ, ਹਰ ਦੇਸ਼ ਦੇ ਬੰਦੇ ਵਿੱਚ ਵੱਖਰੇ ਵੱਖਰੇ ਹੁਨਰ ਹੁੰਦੇ ਆ, ਅੰਤਰ ਹੁੰਦਾ ਹੁਨਰ ਦਾ, ਇਸ ਲਈ ਵੀ ਵਿਦੇਸ਼ੀ ਵਪਾਰ ਹੁੰਦਾ ਹੈ। ਮੌਸਮ ਵਿੱਚ ਅੰਤਰ ਹੈ, ਤਾਂ ਵਿਦੇਸ਼ੀ ਵਪਾਰ ਕੀਤਾ ਜਾਂਦਾ। ਜੀਵਨ ਪੱਧਰ ਨੂੰ ਸੁਧਾਰਨ ਦੀ ਇੱਛਾ ਰੱਖਦੇ ਆ ਲੋਕ, ਇਸ ਲਈ ਵਿਦੇਸ਼ੀ ਵਪਾਰ ਕਰਦੇ ਆ। ਹੁਣ ਤੁਸੀਂ ਸੋਚ ਰਹੇ ਹੋ ਕਿ ਜੀਵਨ ਪੱਧਰ ਵਿੱਚ ਕਿਵੇਂ ਸੁਧਾਰ ਕੀਤਾ ਜਾ ਸਕਦਾ। ਬੱਚਿਓ ਦੇਖੋ, ਜਦੋਂ ਅਸੀਂ ਬਾਹਰਲੀਆਂ ਚੀਜ਼ਾਂ ਆਪਣੀ ਲਾਈਫ ਦੇ ਵਿੱਚ ਅਪਣਾਵਾਂਗੇ, ਤਾਂ ਸਾਡੀ ਲਾਈਫ ਦੇ ਵਿੱਚ ਕੁਛ ਚੇਂਜ ਆਏਗੀ। ਹੋ ਸਕਦਾ ਸਾਡੀ ਲਾਈਫ ਉਸ ਨਾਲ ਬਹੁਤ ਵਧੀਆ ਹੋਵੇ ਪਹਿਲੇ ਨਾਲੋਂ, ਇਸ ਲਈ ਸਾਡੀ ਲਾਈਫ 'ਚ ਵੀ ਸੁਧਾਰ ਆਉਂਦਾ, ਜੀਵਨ ਪੱਧਰ ਉੱਚਾ ਉੱਠਦਾ। ਕੁਦਰਤੀ ਵਸਤਾਂ ਦੀ ਕੁਸ਼ਲ ਵਰਤੋਂ ਵਿੱਚ ਅੰਤਰ, ਜਿਹੜੇ ਨੈਚੁਰਲ ਰਿਸੋਰਸਿਸ ਆ, ਉਹਨਾਂ ਦੀ ਜਿਹੜੀ ਕੁਸ਼ਲ ਵਰਤੋਂ ਅਸੀਂ ਕਰਨੀ ਹੁੰਦੀ ਹੈ, ਉਹਨਾਂ ਦੀ ਸਾਂਭ ਸੰਭਾਲ ਵਿੱਚ ਵੀ ਅੰਤਰ ਹੈ, ਇਸ ਲਈ ਵੀ ਵਿਦੇਸ਼ੀ ਵਪਾਰ ਕਰਦੇ ਹਾਂ ਅਸੀਂ। ਆਰਥਿਕ ਵਿਵਸਥਾ ਵਿੱਚ ਸੁਧਾਰ, ਇਹ ਇੱਕ ਬਹੁਤ ਹੀ ਮੇਨ ਪੁਆਇੰਟ ਹੈ ਕਿ ਦੇਸ਼ਾਂ ਦੀ ਆਰਥਿਕ ਵਿਵਸਥਾ ਸੁਧਰਦੀ ਹੈ। ਜਦੋਂ ਸਾਡੇ ਦੇਸ਼ ਵਿੱਚ ਸਮਾਨ ਸਾਡੀ ਲੋੜ ਦਾ ਪੂਰਾ ਆ, ਤਾਂ ਅਸੀਂ ਉਸ ਤੋਂ ਵੱਧ ਪੈਦਾ ਕਰਦੇ ਹਾਂ, ਦੂਸਰੇ ਦੇਸ਼ ਨੂੰ ਵੇਚਦੇ ਹਾਂ, ਅਤੇ ਉਹਦੇ ਤੋਂ ਅਸੀਂ ਪ੍ਰੋਫਿਟ ਲੈਂਦੇ ਹਾਂ। ਪ੍ਰੋਫਿਟ ਕਿੱਦਾਂ ਕਿ ਅਸੀਂ ਚੀਜ਼ ਵੇਚਦੇ ਹਾਂ, ਕੁਛ ਲਾਭ ਸਾਨੂੰ ਆਉਂਦਾ ਆ, ਉਸ ਲਾਭ ਦੇ ਨਾਲ ਸਾਡੇ ਦੇਸ਼ ਦੀ ਆਰਥਿਕ ਵਿਵਸਥਾ ਜਿਹੜੀ ਆ ਉਹ ਸੁਧਰਦੀ ਆ, ਸਾਡੇ ਦੇਸ਼ ਦੇ ਵਿੱਚ ਪੈਸਾ ਆਉਂਦਾ ਆ, ਜਿਹਦੇ ਨਾਲ ਸਾਡੇ ਦੇਸ਼ ਦੀ ਆਰਥਿਕ ਸਥਿਤੀ ਸਟਰੋਂਗ ਹੁੰਦੀ ਆ, ਇਸ ਲਈ ਵਿਦੇਸ਼ੀ ਵਪਾਰ ਅਸੀਂ ਕਰਦੇ ਹਾਂ। ਵਿਦੇਸ਼ੀ ਵਪਾਰ ਵਿੱਚ ਰੁਕਾਵਟਾਂ, ਜਦੋਂ ਅਸੀਂ ਵਿਦੇਸ਼ਾਂ ਨਾਲ ਵਪਾਰ ਕਰਦੇ ਹਾਂ, ਅਤੇ ਉਹਦੇ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਜਿਹੜੀਆਂ ਆ ਉਹ ਇੰਪੋਰਟਰ ਨੂੰ ਫੇਸ ਕਰਨੀਆਂ ਪੈਂਦੀਆਂ। ਜਿਵੇਂ ਇੰਪੋਰਟਰ ਨੂੰ ਵੀ ਔਰ ਐਕਸਪੋਰਟਰ ਨੂੰ, ਦੋਨਾਂ ਦੇਸ਼ਾਂ ਜਿਨ੍ਹਾਂ ਦੇ ਵਿੱਚ ਆਪਸ 'ਚ ਵਪਾਰ ਹੋ ਰਿਹਾ, ਦੋਨਾਂ ਨੂੰ ਹੀ ਬਹੁਤ ਸਾਰੀਆਂ ਰੁਕਾਵਟਾਂ ਫੇਸ ਕਰਨੀਆਂ ਪੈਂਦੀਆਂ। ਜਿਵੇਂ ਮੁਦਰਾ ਵਿੱਚ ਅੰਤਰ, ਇਸ ਪੁਆਇੰਟ ਤੋਂ ਕੀ ਭਾਵ ਹੈ ਕਿ ਜਿਹੜੀ ਸਾਡੇ ਦੇਸ਼ ਵਿੱਚ ਅਸੀਂ ਮੁਦਰਾ ਯੂਜ਼ ਕਰਦੇ ਹਾਂ, ਜਾਂ ਦੂਸਰੇ ਦੇਸ਼ ਦੀ ਆਪਣੀ ਮੁਦਰਾ, ਜਿਵੇਂ ਸਾਡੇ ਦੇਸ਼ 'ਚ ਰੁਪਈਆ ਚੱਲਦਾ, ਅਸੀਂ ਅਮੈਰੀਕਾ ਨਾਲ ਵਪਾਰ ਕਰਦੇ ਹਾਂ, ਉੱਥੇ US ਡਾਲਰ ਚੱਲਦਾ, ਤਾਂ ਸਾਡੀ ਜਿਹੜੀ ਪੈਸਾ ਆ ਉਹਨੂੰ ਉਹਦੇ ਵਿੱਚ ਉਹਨਾਂ ਦੀ ਕਰੰਸੀ 'ਚ ਕਨਵਰਟ ਕਰਨਾ ਪੈਂਦਾ, ਇੱਕ ਬਹੁਤ ਵੱਡੀ ਰੁਕਾਵਟ ਹੈ। ਸੱਭਿਆਚਾਰ ਅਤੇ ਵਿਸ਼ਵਾਸਾਂ ਵਿੱਚ ਅੰਤਰ, ਸੱਭਿਆਚਾਰ ਅਤੇ ਵਿਸ਼ਵਾਸਾਂ 'ਚ ਅੰਤਰ, ਸਾਡਾ ਸੱਭਿਆਚਾਰ, ਸਾਡੇ ਵਿਸ਼ਵਾਸ ਅਲੱਗ ਨੇ ਦੂਸਰੇ ਦੇਸ਼ਾਂ ਤੋਂ, ਤਾਂ ਇਹ ਵੀ ਇੱਕ ਰੁਕਾਵਟ ਹੈ। ਭਾਸ਼ਾ ਵਿੱਚ ਅੰਤਰ, ਸਾਡੀ ਲੈਂਗੁਏਜ
ਤੇ ਦੂਸਰੇ ਦੇਸ਼ਾਂ ਦੀ ਲੈਂਗੁਏਜ ਵੱਖਰੀ ਵੱਖਰੀ ਹੈ। ਇਹ ਵੀ ਵਿਦੇਸ਼ੀ ਵਪਾਰ 'ਚ ਰੁਕਾਵਟ ਹੈ। ਦੂਰੀ, ਦੇਸ਼ ਸਾਡੇ ਤੋਂ ਬਹੁਤ ਜ਼ਿਆਦਾ ਦੂਰੀ 'ਤੇ ਆ ਅਤੇ ਕਈ ਵਾਰ ਬੱਸ, ਟ੍ਰੇਨ ਜਾਂ ਗੱਡੀ 'ਤੇ ਉਹ ਸਮਾਨ ਨਹੀਂ ਪਹੁੰਚਿਆ ਜਾ ਸਕਦਾ ਤਾਂ ਫਿਰ ਹਵਾਈ ਜਹਾਜ਼ ਜਾਂ ਸ਼ਿਪਾਂ ਦਾ ਸਹਾਰਾ ਲੈਣਾ ਪੈਂਦਾ। ਤਾਂ ਉਹ ਜਿਹੜੀ ਸਹਾਰਾ ਅਸੀਂ ਲੈਂਦੇ ਹਾਂ ਉਹ ਸੌਖਾ ਕੰਮ ਨਹੀਂ ਹੁੰਦਾ ਅਤੇ ਇੱਕ ਵੱਡੀ ਰੁਕਾਵਟ ਆ। ਨੀਤਿਕ ਅਸਥਿਰਤਾ, ਇੱਧਰ ਸਾਡੇ ਰਾਜਨੀਤੀ ਅਤੇ ਉਹਨਾਂ ਦੀ ਰਾਜਨੀਤੀ ਦੇ ਵਿੱਚ ਡਿਫਰੈਂਸ ਆ, ਇੱਕ ਰੁਕਾਵਟ ਆ ਸਾਡੇ ਲਈ ਇਹ ਵਿਦੇਸ਼ੀ ਵਪਾਰ ਦੇ ਵਿੱਚ। ਦਸਤਾਵੇਜ਼ਾਂ ਦੀ ਸਮੱਸਿਆ, ਬਹੁਤ ਸਾਰੇ ਦਸਤਾਵੇਜ਼ ਬਣਾਉਣੇ ਪੈਂਦੇ ਆ, ਬਹੁਤ ਸਾਰੀਆਂ ਫੋਰਮੈਲਿਟੀਜ਼ ਕਰਨੀਆਂ ਪੈਂਦੀਆਂ ਆ, ਵੱਖਰੇ ਵੱਖਰੇ ਪੇਪਰ, ਕੋਈ ਕਿਸੇ ਚੀਜ਼ ਲਈ, ਕੋਈ ਕਿਸੇ ਲਈ ਕਸਟਮ ਡਿਊਟੀ, ਇਹ ਵੋ ਟੈਕਸ ਐਂਡ ਆਲ ਦੈਟ, ਅਤੇ ਬਹੁਤ ਸਾਰੀ ਫੋਰਮੈਲਿਟੀਜ਼ ਕਰਕੇ ਇਹ ਬਹੁਤ ਟਾਈਮ ਲੱਗਦਾ ਆ। ਇਹ ਵੱਡੀ ਰੁਕਾਵਟ ਆ। ਆਵਾਜਾਈ ਅਤੇ ਸੰਚਾਰ ਪ੍ਰੋਪਰ ਜਿਹੜਾ ਅਵੇਲੇਬਲ ਨਹੀਂ ਹੁੰਦਾ, ਕੋਈ ਸਾਧਨ ਆਉਣ ਜਾਣ ਦਾ ਅਤੇ ਸਮਾਨ ਆਉਂਦਾ ਆ ਜਾਂ ਜਾਂਦਾ ਆ, ਤਾਂ ਇੱਕ ਰੁਕਾਵਟ ਆ ਵਿਦੇਸ਼ੀ ਵਪਾਰ ਦੇ ਵਿੱਚ। ਸਰਕਾਰੀ ਨੀਤੀਆਂ, ਜੇ ਦੋ ਦੇਸ਼ ਆਪਸ 'ਚ ਆਦਾਨ ਪ੍ਰਦਾਨ ਕਰ ਰਹੇ ਆ, ਸਮਾਨਾਂ ਦਾ ਆਯਾਤ ਨਿਰਯਾਤ ਹੋ ਰਿਹਾ, ਵਪਾਰ ਹੋ ਰਿਹਾ, ਤਾਂ ਸਰਕਾਰੀ ਨੀਤੀਆਂ ਦੋਨਾਂ ਦੇਸ਼ਾਂ ਦੀਆਂ ਵੱਖਰੀਆਂ ਵੱਖਰੀਆਂ ਹੋਣਗੀਆਂ। ਕਿਤੇ ਨਾ ਕਿਤੇ ਪ੍ਰੋਬਲਮ ਫੇਸ ਕਰਨੀ ਪੈਂਦੀ ਹੈ। ਕਈ ਚੀਜ਼ਾਂ ਨੂੰ ਇੰਪੋਰਟ ਐਕਸਪੋਰਟ ਕਰਨ 'ਚ ਸਰਕਾਰਾਂ ਅਨੁਮਤੀ ਨਹੀਂ ਦਿੰਦੀਆਂ, ਤਾਂ ਇੱਕ ਵੱਡੀ ਰੁਕਾਵਟ ਆ। ਸਰਕਾਰਾਂ ਦੀ ਨੀਤੀ ਜਿਹੜੀ ਆ, ਕਾਨੂੰਨੀ ਪ੍ਰਣਾਲੀ, ਜਿਵੇਂ ਸਾਡੇ ਦੇਸ਼ ਦੇ ਕਾਨੂੰਨ ਹੋਰ ਨੇ, ਦੂਜੇ ਦੇਸ਼ਾਂ ਦੇ ਹੋਰ ਨੇ, ਤਾਂ ਕਾਨੂੰਨ ਵੱਖਰੇ ਵੱਖਰੇ ਹੋਣ ਕਰਕੇ ਵੀ ਕਈ ਚੀਜ਼ਾਂ ਨੂੰ ਇੱਧਰ ਉੱਧਰ ਮੂਵ ਕਰਨ 'ਚ ਦਿੱਕਤ ਆਉਂਦੀ ਹੈ, ਇੱਕ ਰੁਕਾਵਟ ਹੈ ਬਹੁਤ ਵੱਡੀ। ਭਾਰ ਅਤੇ ਮਾਪ ਵਿੱਚ ਅੰਤਰ, ਦੋ ਦੇਸ਼ਾਂ ਵਿੱਚ ਭਾਰ ਅਤੇ ਮਾਪ ਦੀਆਂ ਇਕਾਈਆਂ ਵੱਖਰੀਆਂ ਆ। ਜਦੋਂ ਅਸੀਂ ਸਮਾਨ ਮਾਪਦੇ ਹਾਂ, ਉਹ ਦੂਸਰੀ ਕੰਟਰੀ 'ਚ ਹੋਰ ਆ ਉਹਦਾ ਮਾਪਣ ਦੀ ਇਕਾਈ, ਤਾਂ ਉਹਦੇ ਵਿੱਚ ਸਾਨੂੰ ਪ੍ਰੋਬਲਮ ਆਉਂਦੀ, ਰੁਕਾਵਟ ਬਣਦਾ ਹੈ। ਇਹ ਵੀ ਪੁਆਇੰਟ ਸਾਡੇ ਲਈ ਵਿਦੇਸ਼ੀ ਵਪਾਰ ਦੇ ਅੰਦਰ। ਆਸ ਕਰਦੀ ਹਾਂ ਤੁਹਾਨੂੰ ਬੱਚਿਓ ਇਹ ਸਾਰਾ ਜਿਹੜਾ ਦੂਸਰਾ ਟੋਪਿਕ ਹੈ ਇਹ ਸਮਝ ਆ ਗਿਆ ਹੋਏਗਾ। ਵਿਦੇਸ਼ੀ ਵਪਾਰ ਜਿਹੜਾ ਆ, ਫੋਰਨ ਟ੍ਰੇਡ, ਇਹਦੇ ਵਿੱਚ ਸਾਡਾ ਜਿਹੜਾ ਆ ਉਹ ਮੁੱਖ ਟੋਪਿਕ ਆ। ਪਰ ਵਪਾਰ ਤੁਹਾਨੂੰ ਉਵੇਂ ਸਮਝ ਨਹੀਂ ਸੀ ਆਉਣਾ ਕਿ ਫੋਰਨ ਟ੍ਰੇਡ ਕੀ ਹੁੰਦਾ ਹੈ, ਇਸ ਲਈ ਮੈਂ ਤੁਹਾਨੂੰ ਵਪਾਰ, ਉਸ ਤੋਂ ਬਾਅਦ ਡੋਮੈਸਟਿਕ, ਜਿਹਨੂੰ ਅਸੀਂ ਘਰੇਲੂ ਵਪਾਰ ਕਹਿੰਦੇ ਹਾਂ, ਅਤੇ ਫਿਰ ਮੈਂ ਫੋਰਨ ਟ੍ਰੇਡ ਜਿਹੜਾ ਵਿਦੇਸ਼ੀ ਵਪਾਰ ਆ ਜੋ ਮੇਨ ਟੋਪਿਕ ਆ, ਫਿਰ ਇਸ ਲਈ ਮੈਂ ਤੁਹਾਨੂੰ ਡਿਟੇਲ 'ਚ ਸਮਝਾਉਣ ਕਰਕੇ ਇਹ ਦੋਨੋਂ ਚੀਜ਼ਾਂ ਨੂੰ ਲਿਆ ਹੈ। ਪਰ ਤੁਸੀਂ ਇਹਨੂੰ ਸਾਰੇ ਨੂੰ ਐਜ਼ ਇਟ ਇਜ਼ ਹੀ ਯਾਦ ਕਰਨਾ ਅਤੇ ਧਿਆਨ ਨਾਲ ਸਾਰੀਆਂ ਸਲਾਈਡਸ ਨੂੰ ਦੇਖਣਾ ਔਰ ਲਰਨ ਕਰਨਾ ਨਾਲ ਦੀ ਨਾਲ, ਔਰ ਤੁਸੀਂ ਆਪਣੀ ਪੜ੍ਹਾਈ ਦੇ ਟੱਚ ਵਿੱਚ ਰਹਿਣਾ ਤਾਂ ਕਿ ਜਦੋਂ ਤੁਸੀਂ ਸਕੂਲ ਜੁਆਇਨ ਕਰੋ ਤਾਂ ਤੁਹਾਨੂੰ ਔਖ ਨਾ ਆਵੇ। ਸੋ ਥੈਂਕ ਯੂ, ਅਤੇ ਘਰਾਂ 'ਚ ਰਹੋ, ਸੇਫ ਰਹੋ। ਧੰਨਵਾਦ।